ਇੰਟਰਨੈਟ ਯੂਜ਼ੇਜ। ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਵਰਚੁਅਲ ਆਨਲਾਈਨ ਸੈਸ਼ਨ ਦੇ ਅੰਦਰ। ਅੱਜ ਆਪਾਂ ਦੇਖਾਂਗੇ ਆਪਣਾ 11th ਕਲਾਸ ਦਾ ਸੈਕਿੰਡ ਚੈਪਟਰ, ਦੈਟ ਇਜ਼ ਇੰਟਰਨੈਟ ਯੂਜ਼ੇਜ। ਲਾਸਟ ਟਾਈਮ ਤੁਸੀਂ ਉਸ ਦੇ ਫਸਟ ਟੌਪਿਕਸ ਦੇਖੇ ਸਨ। ਅੱਜ ਸੈਕਿੰਡ ਟੌਪਿਕ ਦੇਖ ਰਹੇ ਹਾਂ, ਇੰਟਰਨੈਟ ਐਂਡ ਇਟਸ ਐਪਲੀਕੇਸ਼ਨ। ਸਭ ਤੋਂ ਪਹਿਲੀ ਚੀਜ਼ ਹੈ ਆਪਣੇ ਕੋਲ ਸੰਚਾਰ ਜਾਂ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਹੁੰਦਾ ਕੀ ਹੈ? The world is ever changing, and with the arrival of digital technology, it is changing at a very fast speed. Today, internet communication has made sure to connect people from opposite sides of the earth with no problem at all. Internet communication is referred to as sharing of information, ideas, or simply words over the internet. So, प्यारे विद्यार्थियों, संचार की है। ਸੰਚਾਰ ਜੋ ਹੈ ਵਿਸ਼ਵ ਹਮੇਸ਼ਾ ਬਦਲਦਾ ਰਿਹਾ ਹੈ ਅਤੇ ਡਿਜੀਟਲ ਟੈਕਨੋਲੋਜੀ ਦੀ ਆਮਦ ਦੇ ਨਾਲ ਇਹ ਬਹੁਤ ਤੇਜ਼ ਰਫ਼ਤਾਰ ਦੇ ਨਾਲ ਬਦਲ ਰਿਹਾ ਹੈ। ਅੱਜ ਇੰਟਰਨੈਟ ਸੰਚਾਰ ਨੇ ਧਰਤੀ ਦੇ ਵੱਖ-ਵੱਖ ਲੋਕਾਂ ਨੂੰ ਬਿਨਾਂ ਕਿਸੇ ਸਮੱਸਿਆ ਦੇ ਨਾਲ ਜੋੜਨਾ ਨਿਸ਼ਚਿਤ ਕਰ ਦਿੱਤਾ ਹੈ। ਇੰਟਰਨੈਟ ਸੰਚਾਰ ਨੂੰ ਜਾਣਕਾਰੀ, ਵਿਚਾਰ ਜਾਂ ਇੰਟਰਨੈਟ ਉੱਤੇ ਸ਼ਬਦਾਂ ਦੀ ਸਾਂਝ ਕਰਨ ਵਜੋਂ ਜਾਣਿਆ ਜਾਂਦਾ ਹੈ। So let us see some of the advantages of internet communication. So there are few points that we can discuss here for the advantages. So first point is versatility. Internet communication is 24/7. That is, we can communicate over the internet throughout the week, 24 hours, and as long as we are connected to the web. When doing business, this can definitely help us. ਸੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੇ ਕੋਲ ਬਹੁਪੱਖਤਾ। ਇੰਟਰਨੈਟ ਸੰਚਾਰ 24x7 ਮਤਲਬ 24 ਘੰਟੇ 7 ਦਿਨ ਹਫ਼ਤੇ ਦੇ 365 ਦਿਨ ਪੂਰੇ ਸਾਲ ਦੇ ਵਿੱਚ ਜਦ ਤੱਕ ਅਸੀਂ ਵੈਬ ਦੇ ਨਾਲ ਜੁੜੇ ਹੋਏ ਹਾਂ, ਆਪਾਂ ਇੰਟਰਨੈਟ ਨੂੰ ਇਸਤੇਮਾਲ ਕਰ ਸਕਦੇ ਹਾਂ। ਇਹ ਵਪਾਰ ਕਰਦੇ ਸਮੇਂ ਨਿਸ਼ਚਿਤ ਰੂਪ ਵਿੱਚ ਇੱਕ ਬਹੁਤ ਸਾਡੀ ਮਦਦ ਕਰਦਾ ਹੈ। ਨੈਕਸਟ ਇਜ਼ ਲੈਵਲਿੰਗ। ਸਮ ਪੀਪਲ ਆਰ ਮੋਰ ਕੰਫਰਟੇਬਲ ਟਾਕਿੰਗ behind the keyboard than they do in person, thus enabling the reserved ones to produce well drawn out thoughts and not get scared by loud people. This can also give them a sense of satisfaction, saying what they want to say with no one looking at them or giving them an eye. So, ਪੱਧਰ ਜੋ ਹੈ ਜਾਂ ਲੈਵਲਿੰਗ ਜੋ ਹੈ, ਕੁਝ ਲੋਕ ਆਪਣੇ ਕੀਬੋਰਡ ਦੇ ਪਿੱਛੇ ਗੱਲ ਕਰਨ ਵਿੱਚ ਵਧੇਰੇ ਆਰਾਮਦੇਹ ਹੁੰਦੇ ਹਨ ਜਿੰਨਾ ਕਿ ਉਹ ਵਿਅਕਤੀਗਤ ਤੌਰ 'ਤੇ ਨਹੀਂ ਹੋ ਪਾਉਂਦੇ। ਇਸ ਤਰ੍ਹਾਂ ਇੰਟਰਨੈਟ ਸੰਚਾਰ ਰਾਖਵੇਂ ਜਾਂ ਰਿਜ਼ਰਵ ਲੋਕਾਂ ਨੂੰ ਚੰਗੀ ਤਰ੍ਹਾਂ ਨਿਪੁੰਨਤਾ ਵਾਲੇ ਵਿਚਾਰ ਪੈਦਾ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਉਹ ਉੱਚਾ ਬੋਲਣ ਵਾਲੇ ਲੋਕਾਂ ਦੁਆਰਾ ਨਹੀਂ ਡਰਦੇ, ਇਸ ਚੀਜ਼ ਤੋਂ ਨਹੀਂ ਘਬਰਾਉਂਦੇ ਕਿ ਕੋਈ ਉਹਨਾਂ ਨੂੰ ਘੂਰ ਰਿਹਾ ਹੈ ਜਾਂ ਦੇਖ ਰਿਹਾ ਹੈ। ਇਹ ਉਹਨਾਂ ਨੂੰ ਸੰਤੁਸ਼ਟੀ ਦੀ ਭਾਵਨਾ ਵੀ ਦੇ ਸਕਦਾ ਹੈ। ਉਹ ਜੋ ਕਹਿਣਾ ਚਾਹੁੰਦੇ ਹਨ ਉਸ ਨੂੰ ਕਿਸੇ ਦੀ ਨਜ਼ਰ ਵਿੱਚ ਆਏ ਬਿਨਾਂ ਕਹਿ ਸਕਦੇ ਹਨ। ਨੈਕਸਟ ਟੌਪਿਕ ਇਜ਼ ਵੈਲ ਡਾਕੂਮੈਂਟਡ। ਅਨਲਾਈਕ ਯੂਜ਼ੁਅਲ ਫੇਸ ਟੂ ਫੇਸ ਕਨਵਰਸੇਸ਼ਨ, communication on the internet is well documented, thus creating a more responsible environment where people are held answerable for their words. ਨੈਕਸਟ ਪੁਆਇੰਟ ਹੈ ਆਪਣੇ ਕੋਲ ਚੰਗੀ ਦਸਤਾਵੇਜ਼ ਜਾਂ ਵੈਲ ਡਾਕੂਮੈਂਟਡ। ਆਮ ਤੌਰ 'ਤੇ ਆਮ ਤਰ੍ਹਾਂ ਨਾਲ ਹੋਣ ਵਾਲੀਆਂ ਗੱਲਬਾਤਾਂ ਦੇ ਉਲਟ ਇੰਟਰਨੈਟ 'ਤੇ ਸੰਚਾਰ ਚੰਗੀ ਤਰ੍ਹਾਂ ਦਸਤਾਵੇਜ਼ਿਤ ਹੁੰਦਾ ਹੈ। ਉਸ ਤਰ੍ਹਾਂ ਵਧੇਰੇ ਜ਼ਿੰਮੇਵਾਰੀ ਵਾਲਾ ਵਾਤਾਵਰਣ ਪੈਦਾ ਹੋ ਸਕਦਾ ਹੈ ਜਿੱਥੇ ਲੋਕਾਂ ਨੂੰ ਉਹਨਾਂ ਦੇ ਸ਼ਬਦਾਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਨੈਕਸਟ ਇਜ਼ ਗਰੋਇੰਗ ਕਮਿਊਨਿਟੀ। Like all forms of communication, everyone can be shy at first. However, in the case of internet communication, people are more likely to be supportive and engaged in discussions than the other communication forms. So, next is ਵੱਧ ਭਾਈਚਾਰਾ ਜਾਂ growing community. ਸੰਚਾਰ ਦੇ ਸਾਰੇ ਰੂਪਾਂ ਵਾਂਗ ਹਰ ਕੋਈ ਪਹਿਲਾ ਸ਼ਰਮਾ ਸਕਦਾ ਹੈ ਇੰਟਰਨੈਟ 'ਤੇ ਗੱਲ ਕਰਦਾ ਹੋਇਆ ਜਾਂ ਕਿਸੇ ਵੀ ਕਮਿਊਨੀਕੇਸ਼ਨ ਮੀਨਸ ਉੱਪਰ ਗੱਲ ਕਰਦਾ ਹੋਇਆ। ਹਾਲਾਂਕਿ ਇੰਟਰਨੈਟ ਸੰਚਾਰ ਦੇ ਮਾਮਲੇ ਵਿੱਚ ਲੋਕ ਸੰਚਾਰ ਦੇ ਦੂਜੇ ਰੂਪਾਂ ਨਾਲੋਂ ਵਧੇਰੇ ਸਹਾਇਤਾ ਦੇਣ ਵਾਲੇ ਅਤੇ ਵਿਚਾਰ ਵਟਾਂਦਰੇ ਵਿੱਚ ਰੁੱਝੇ ਹੋਏ ਹੁੰਦੇ ਹਨ। ਸੋ ਲੈਟਸ ਸੀ ਦ ਟਾਈਪਸ ਆਫ ਕਮਿਊਨੀਕੇਸ਼ਨ that are provided over the internet. So types of internet communication are
With the advent of high-speed internet communication, the internet has created more ways of instant communication that provide a vast option of information sharing. ਸੋ ਤੇਜ਼ ਰਫ਼ਤਾਰ ਇੰਟਰਨੈਟ ਕਨੈਕਸ਼ਨਾਂ ਦੀ ਸ਼ੁਰੂਆਤ ਦੇ ਨਾਲ ਇੰਟਰਨੈਟ ਨੇ ਤੁਰੰਤ ਸੰਚਾਰ ਦੇ ਹੋਰ ਤਰੀਕੇ ਤਿਆਰ ਕੀਤੇ ਹਨ ਜੋ ਜਾਣਕਾਰੀ ਨੂੰ ਸਾਂਝਾ ਕਰਨ ਦਾ ਇੱਕ ਵਧੀਆ ਵਿਕਲਪ ਪ੍ਰਦਾਨ ਕਰਦੇ ਹਨ। So first topic on internet communication types are social media. Today, everybody in the world mostly have their social media accounts. Either they are having an account on Facebook or Twitter or Instagram or any other means of communication. The single post that we send can be liked by our friends, shared or commented, and there can be act as a means to connect with our friends. So social media sites जो ਹਨ ਵੈਬ ਤੱਕ ਪਹੁੰਚ ਕਰਨ ਵਾਲੇ ਲਗਭਗ ਹਰੇਕ ਦੇ ਕੋਲ ਸੋਸ਼ਲ ਮੀਡੀਆ ਖਾਤਾ ਹੈ, ਭਾਵੇਂ ਉਹ ਫੇਸਬੁੱਕ ਹੈ, ਭਾਵੇਂ ਉਹ ਫੇਸਬੁੱਕ ਹੈ, ਟਵਿੱਟਰ ਹੈ, ਇੰਸਟਾਗ੍ਰਾਮ ਹੈ ਜਾਂ ਕੋਈ ਹੋਰ ਮੀਨਸ ਹੈ। ਇੱਕੋ ਪੋਸਟ ਸਾਨੂੰ ਆਪਣੇ ਦੋਸਤਾਂ ਨਾਲ ਪਸੰਦ, ਸ਼ੇਅਰਿੰਗ ਜਾਂ ਟਿੱਪਣੀ ਦੇ ਜ਼ਰੀਏ ਜੋੜ ਸਕਦੀ ਹੈ। ਨੈਕਸਟ ਇਜ਼ instant messaging. Instant message or IM is a means of sending a real-time message from one user to another. So the messengers which we use are Yahoo Messenger or Windows Live Messenger or any other messenger. So instant message ਕੀ ਹੈ? Instant messaging ਇੱਕ ਤਰ੍ਹਾਂ ਦਾ ਵੇ ਹੈ ਜਾਂ ਇੱਕ ਐਪ ਹੈ ਜਿਸ ਨੂੰ ਆਪਾਂ ਯੂਜ਼ ਕਰਦੇ ਹਾਂ ਮੈਸੇਂਜਰਸ ਨੂੰ, ਜਿਸ ਦੇ ਰਾਹੀਂ ਆਪਾਂ ਰੀਅਲ ਟਾਈਮ ਦੇ ਅੰਦਰ ਸੰਦੇਸ਼ ਭੇਜ ਸਕਦੇ ਹਾਂ ਇੱਕ ਯੂਜ਼ਰ ਦੂਸਰੇ ਯੂਜ਼ਰ ਤੱਕ। ਉਦਾਹਰਨ ਲਈ ਯਾਹੂ ਮੈਸੇਂਜਰ ਦੀ ਵਰਤੋਂ ਕਰਕੇ ਜਾਂ ਵਿੰਡੋਜ਼ ਲਾਈਵ ਮੈਸੇਂਜਰ ਦੀ ਵਰਤੋਂ ਕਰਕੇ ਆਪਾਂ ਇਹ ਕੰਮ ਨੂੰ ਕਰ ਸਕਦੇ ਹਾਂ। Next is electronic mail. Electronic mail, as we all know, email is a new version of traditional mail. This is more likely to be performed when engaging with the person officially. So email ਜੋ ਹੈ, ਜਿਵੇਂ ਕਿ ਆਪਾਂ ਜਾਣਦੇ ਹਾਂ, electronic mail ਰਿਵਾਇਤੀ ਮੇਲ ਦਾ ਇੱਕ ਨਵਾਂ ਸੰਸਕਰਣ ਹੈ। ਸੋ ਜ਼ਿਆਦਾਤਰ ਅਧਿਕਾਰਿਤ ਤੌਰ 'ਤੇ ਜਾਂ ਆਫੀਸ਼ੀਅਲੀ ਕਿਸੇ ਵਿਅਕਤੀ ਦੇ ਨਾਲ ਜੁੜੇ ਹੋਣ 'ਤੇ ਇਸ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। Next topic is forum. Forums are specifically directed to people who have questions or want to start an idea or thought through group discussions. Each post is classified as a thread and it is monitored by a mod or a moderator who can either edit or remove unnecessary posts that are irrelevant to the discussion at hand. So ਅਗਲਾ ਟੌਪਿਕ ਹੈ ਪਿਆਰੇ ਵਿਦਿਆਰਥੀਓ ਫੋਰਮ। ਫੋਰਮ ਉਹਨਾਂ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਵਿਸ਼ੇਸ਼ ਤੌਰ 'ਤੇ ਨਿਰਦੇਸ਼ਿਤ ਕਰਦੇ ਹਨ ਜਿਨ੍ਹਾਂ ਕੋਲ ਪ੍ਰਸ਼ਨ ਹਨ ਜਾਂ ਸਮੂਹ ਵਿਚਾਰ ਵਟਾਂਦਰੇ ਦੁਆਰਾ ਕੋਈ ਵਿਚਾਰ ਸ਼ੁਰੂ ਕਰਨਾ ਚਾਹੁੰਦੇ ਹਨ। ਹਰੇਕ ਪੋਸਟ ਨੂੰ ਇੱਕ ਥ੍ਰੈਡ ਕਿਹਾ ਜਾਂਦਾ ਹੈ ਅਤੇ ਇਸ ਨੂੰ ਥ੍ਰੈਡ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਅਤੇ ਇੱਕ ਮੋਡ ਜਾਂ ਇੱਕ ਮੋਡਰੇਟਰ ਜੋ ਹੈ ਇਸ ਥ੍ਰੈਡ ਦੇ ਉੱਪਰ ਨਿਗਰਾਨੀ ਰੱਖਦਾ ਹੈ ਕਿ ਕੋਈ ਆਦਮੀ ਬੇਲੋੜੀਆਂ ਪੋਸਟਾਂ ਨੂੰ ਨਾ ਭੇਜੇ ਤਾਂ ਇਸ ਦਾ ਕੰਮ ਉਹਨਾਂ ਨੂੰ ਸੰਪਾਦਿਤ ਕਰਨਾ ਜਾਂ ਐਡਿਟ ਕਰਨਾ ਹੈ। ਜੋ ਸੰਬੰਧ ਨਹੀਂ ਰੱਖਦੀ ਉਸ ਪੋਸਟ ਦੇ ਨਾਲ ਭੇਜੀ ਜਾਂਦੀ ਹੈ ਤਾਂ ਇਸ ਦੇ ਕੋਲ ਅਧਿਕਾਰ ਹੈ ਕਿ ਉਸ ਨੂੰ ਹਟਾ ਸਕਦਾ ਹੈ। ਬਲੌਗ Consider this as our pre-internet journal or diary. Before a journal zooms in on one person's life story, now a blog is used for more than life sharing. People do blogs to earn money by promoting products, information sharing, giving tutorials, even making political statements. People can comment and subscribe to their blogs if they like contents. So blog जो है आज ਆਪਾਂ ਸਮਝ ਸਕਦੇ ਹਾਂ ਕਿ ਇੱਕ ਪ੍ਰੀ ਇੰਟਰਨੈਟ ਜਰਨਲ ਜਾਂ ਡਾਇਰੀ ਮੰਨ ਸਕਦੇ ਹਾਂ। ਪਹਿਲਾਂ ਇੱਕ ਰਸਾਲਾ ਇੱਕ ਵਿਅਕਤੀ ਦੀ ਜ਼ਿੰਦਗੀ ਦੀ ਕਹਾਣੀ 'ਤੇ ਚਾਨਣ ਪਾਉਂਦਾ ਸੀ। ਹੁਣ ਇੱਕ ਬਲੌਗ ਦੀ ਵਰਤੋਂ ਆਪਣੇ ਜੀਵਨ ਦੀਆਂ ਗੱਲਾਂ ਦੀ ਸਾਂਝ ਤੋਂ ਵੱਧ ਲਈ ਕਰ ਸਕਦੇ ਹਾਂ। ਲੋਕ ਪੈਸੇ ਕਮਾਉਣ ਲਈ ਉਤਪਾਦਾਂ ਨੂੰ ਉਤਸ਼ਾਹਿਤ ਕਰਨ, ਜਾਣਕਾਰੀ ਸਾਂਝੀ ਕਰਨ, ਟਿਊਟੋਰੀਅਲ ਦੇਣ, ਇੱਥੋਂ ਤੱਕ ਕਿ ਰਾਜਨੀਤਿਕ ਬਿਆਨ ਵੀ ਬਲੌਗ ਦੀ ਵਰਤੋਂ ਨਾਲ ਕਰ ਰਹੇ ਹਨ। ਜੇ ਉਹ ਸਮੱਗਰੀ ਜੋ ਹੈ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਉਸ ਦੇ ਉੱਤੇ ਟਿੱਪਣੀ ਕਰ ਸਕਦਾ ਹੈ ਜਾਂ ਉਸ ਬਲੌਗ ਨੂੰ ਸਬਸਕ੍ਰਾਈਬ ਕਰ ਸਕਦਾ ਹੈ।
So there are some things which we should take care. When we are communicating on the internet, we must take special care not to give out personal information to strangers and to treat others with respect. Be aware of the risk involved in communicating with those that we cannot see and maybe we never meet them personally. Take time to consider what we write to others and be careful to avoid humors and schism, except with the best friends. We cannot assume that our messages are private, so be careful about what we share or write. ਸੋ ਜਦੋਂ ਅਸੀਂ ਇੰਟਰਨੈਟ 'ਤੇ ਗੱਲ ਕਰ ਰਹੇ ਹਾਂ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਅਜਨਬੀਆਂ ਨੂੰ ਨਿੱਜੀ ਜਾਣਕਾਰੀ ਨਾ ਦਿੱਤੀ ਜਾਵੇ ਅਤੇ ਦੂਜਿਆਂ ਦੇ ਨਾਲ ਆਦਰ ਦੇ ਨਾਲ ਪੇਸ਼ ਆਓ। ਉਹਨਾਂ ਲੋਕਾਂ ਨਾਲ ਸੰਚਾਰ ਵਿੱਚ ਸ਼ਾਮਿਲ ਜੋਖਮਾਂ ਬਾਰੇ ਸਾਵਧਾਨ ਰਹੋ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ, ਨਾ ਹੀ ਕਦੇ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹਾਂ। ਜੋ ਅਸੀਂ ਦੂਜਿਆਂ ਨੂੰ ਲਿਖਦੇ ਹਾਂ ਉਸ ਬਾਰੇ ਵਿਚਾਰ ਕਰਨ ਲਈ ਸਮਾਂ ਕੱਢੋ ਅਤੇ ਚੰਗੇ ਦੋਸਤਾਂ ਨੂੰ ਛੱਡ ਕੇ ਹਾਸੇ ਮਜ਼ਾਕ ਅਤੇ ਵਿਅੰਗ ਕਰਨ ਤੋਂ ਸਾਵਧਾਨ ਰਹੋ। ਅਸੀਂ ਇਹ ਨਹੀਂ ਮੰਨ ਸਕਦੇ ਕਿ ਸਾਡੇ ਸੰਦੇਸ਼ ਨਿੱਜੀ ਹਨ ਅਤੇ ਇਸ ਲਈ ਸਾਵਧਾਨ ਰਹੋ ਕਿ ਅਸੀਂ ਕੀ ਲਿਖਦੇ ਹਾਂ ਜਾਂ ਸ਼ੇਅਰ ਕਰਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਮੇਰਾ ਵਿਸ਼ਵਾਸ ਹੈ ਕਿ ਤੁਹਾਨੂੰ ਅੱਜ ਦਾ ਇਹ ਟੌਪਿਕ ਜੋ ਹੈ ਇੰਟਰਨੈਟ ਕਮਿਊਨੀਕੇਸ਼ਨ, ਇੰਟਰਨੈਟ ਐਂਡ ਇਟਸ ਐਪਲੀਕੇਸ਼ਨ, ਉਹ ਸਮਝ 'ਚ ਆਇਆ ਹੋਏਗਾ। ਸੋ ਨੈਕਸਟ ਵੀਡੀਓ ਜਲਦੀ ਹੀ ਤੁਹਾਡੇ ਕੋਲੇ ਅਪਲੋਡ ਕੀਤੀ ਜਾਏਗੀ। ਤੁਸੀਂ ਜੇਕਰ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੀਚੇ ਸਬਸਕ੍ਰਾਈਬ ਦਾ ਬਟਨ ਹੈ, ਉਸ ਦੇ ਉੱਪਰ ਜਾ ਕੇ ਤੁਸੀਂ ਸਬਸਕ੍ਰਾਈਬ ਉੱਪਰ ਕਲਿੱਕ ਕਰ ਸਕਦੇ ਹੋ ਅਤੇ ਨਾਲ ਹੀ ਇੱਕ ਬੈਲ ਦਾ ਆਈਕਨ ਹੈ, ਉਸ ਬੈਲ ਦੇ ਆਈਕਨ ਉੱਤੇ ਕਲਿੱਕ ਕਰ ਲਓ ਤਾਂ ਕਿ ਜਦੋਂ ਵੀ ਇੱਕ ਨਈ ਵੀਡੀਓ ਅਪਲੋਡ ਹੋਏਗੀ ਤਾਂ ਉਹ ਤੁਹਾਡੇ ਤੱਕ ਸਿੱਧੀ ਪਹੁੰਚ ਸਕੇ। ਸੋ ਗਲੈਡਸ ਐਜੂਟੈਕ ਐਡੀਫਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।